द सिख व्यू पॉइंट चैनल ਨਾਲ ਜੁੜਨ ਵਾਲੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਸਿੱਖ ਵਿਰਾਸਤੀ ਨਿਸ਼ਾਨੀਆਂ ਨੂੰ ਖਤਮ ਕਰਨ ਜਾਂ ਉਹਨਾਂ ਵਿੱਚ ਵੱਡੀ ਫੇਰ-ਬਦਲ ਕਰਨ ਦੇ ਜਿਹੜੇ ਦੋਸ਼ ਆਮ ਲੱਗਦੇ ਰਹੇ, ਜਿਹਦੇ ਬਾਰੇ ਸਿੱਖ ਕੌਮ ਦੇ ਵਿੱਚ ਕਾਫੀ ਰੰਜਿਸ਼ ਤੇ ਗੁੱਸਾ ਪਾਇਆ ਜਾਂਦਾ ਹੈ। ਥੋੜੇ ਮੇਰੇ 2 ਸਾਲ ਪਹਿਲਾਂ ਹੀ ਤਰਨਤਾਰਨ ਸਾਹਿਬ ਵਿਖੇ ਜਿਹੜੀ ਦਰਸ਼ਨੀ ਡਿਊਟੀ ਨੂੰ ਜੋ ਢਾਹ ਰਹੇ ਸੀ, ਉਦੋਂ ਵੀ ਇਹ ਮੁੱਦਾ ਕਾਫੀ ਉੱਪਰ ਕੇ ਸਾਹਮਣੇ ਆਇਆ ਸੀ। ਜਦੋਂ ਮੌਕੇ 'ਤੇ ਅੱਧੀ ਰਾਤ ਨੂੰ ਪਹੁੰਚ ਕੇ ਸੰਗਤ ਨੇ ਦਾਖਲ ਦਿੱਤਾ ਤਾਂ ਉਹ ਜਿਹੜਾ ਢਾਉਣ ਦਾ ਸਿਲਸਿਲਾ ਵਿਚਾਲੇ ਰੋਕਿਆ ਸੀ। ਹੁਣ ਪਿਛਲੇ ਦਿਨੀ ਫੇਰ ਇੱਕ ਨਵਾਂ ਮਸਲਾ ਚਰਚਾ ਦੇ ਵਿੱਚ ਆਇਆ ਕਿ ਸ਼੍ਰੋਮਣੀ ਕਮੇਟੀ ਨੇ ਕਿਸੇ ਕਾਰ ਸੇਵਾ ਵਾਲੇ ਬਾਬੇ ਨੂੰ, ਜਿਹਨੂੰ ਭੂਰੀ ਵਾਲਾ ਬਾਬਾ ਕਹਿੰਦੇ, ਉੱਥੇ ਕਾਰ ਸੇਵਾ ਕਰਨ ਦਾ ਕੰਮ ਕਿ ਜੋੜਾ ਘਰ ਨਵਾਂ ਬਣਾਉਣਾ ਅਕਾਲ ਤਖਤ ਸਾਹਿਬ ਵਾਲੀ ਸਾਈਡ 'ਤੇ, ਜਾਂ ਮੋਟਰਸਾਈਕਲਾਂ ਦਾ ਕੋਈ ਪਾਰਕਿੰਗ ਬਣਾਉਣੀ ਹੈ, ਉਸ ਦਾ ਕੰਮ ਦਿੱਤਾ ਹੋਇਆ ਸੀ। ਉਹ ਕਰਦਿਆਂ ਖੁਦਾਈ ਕਰਦਿਆਂ ਹੇਠੋਂ ਕੁਛ ਪੁਰਾਣੀਆਂ ਇਮਾਰਤਾਂ ਨਿਕਲ ਆਈਆਂ ਅਤੇ ਉਹ ਜਿਸ ਢੰਗ ਨਾਲ ਉਹਨਾਂ ਇਮਾਰਤਾਂ ਨੂੰ ਢਾਹ ਰਹੇ ਸੀ, ਸੰਗਤ ਨੂੰ ਪਤਾ ਲੱਗਿਆ ਤਾਂ ਮੌਕੇ 'ਤੇ ਪਹੁੰਚ ਕੇ ਸੰਗਤ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਹਦੇ ਵਿੱਚੋਂ ਭਾਈ ਬਲਦੇਵ ਸਿੰਘ ਵਡਾਲਾ ਖਾਸ ਤੌਰ 'ਤੇ ਉਹਨਾਂ ਨੇ ਪਹਿਲ ਕਦਮੀ ਕੀਤੀ, ਹਿੰਮਤ ਕੀਤੀ, ਦਲੇਰੀ ਦਿਖਾਈ ਅਤੇ ਸੂਝ ਸਿਆਣਪ ਤੇ ਠਰਮਾ ਵੀ ਦਿਖਾਇਆ, ਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਪਰ ਜਿਸ ਤਰੀਕੇ ਨਾਲ ਜਿਹੜੇ ਉੱਥੇ ਕਾਰ ਸੇਵਕ ਸੀ ਉਹ ਪੇਸ਼ ਆਏ ਉਹਨਾਂ ਨਾਲ, ਉਹ ਸਾਰਿਆਂ ਦੇ ਸਾਹਮਣੇ ਵੀਡੀਓ 'ਚ ਲੋਕਾਂ ਨੇ ਦੇਖ ਚੁੱਕੇ ਨੇ, ਅਤੇ ਜਿਹਦੇ ਨਾਲ ਲੋਕਾਂ ਦੇ ਵਿੱਚ ਕਾਫੀ ਜਿਹੜਾ ਰੋਹ ਹੈ ਇਸ ਗੱਲ ਦੇ ਉੱਤੇ ਉਹ ਹੋਰ ਭੜਕਿਆ। ਸੋ ਇਹ ਜਿਹੜਾ ਸਾਰਾ ਮਸਲਾ ਹੈ, ਇਹਦੇ ਬਾਰੇ ਅੱਜ ਆਪਾਂ ਚਰਚਾ ਕਰਦੇ ਹਾਂ ਕਿ ਮਸਲਾ ਹੈ ਕੀ। ਪਹਿਲੀ ਗੱਲ ਤਾਂ ਇਹ ਕੋਈ ਪਹਿਲਾਂ ਹੀ ਘਟਨਾ ਨਹੀਂ, ਜਾਂ ਜਦੋਂ ਦਰਸ਼ਨੀ ਡਿਊਟੀ ਦੀ ਗੱਲ ਚੱਲੀ ਸੀ ਕਿ ਤਰਨਤਾਰਨ ਸਾਹਿਬ ਵਾਲੀ, ਉਹ ਵੀ ਕੋਈ ਪਹਿਲੀ ਘਟਨਾ ਨਹੀਂ ਸੀ। ਇਹ ਸਿਲਸਿਲਾ ਲੰਮੇ ਚਿਰ ਤੋਂ ਤੁਰਿਆ ਆ ਰਿਹਾ। ਮੈਨੂੰ ਯਾਦ ਹੈ ਕਿ ਮੈਂ ਬਚਪਨ ਦੇ ਵਿੱਚ ਜਦੋਂ ਸੁਲਤਾਨਪੁਰ ਲੋਧੀ ਗਿਆ ਸੀ ਤਾਂ ਜਦੋਂ ਬੇਬੇ ਨਾਨਕੀ ਦਾ ਉਹ ਘਰ 'ਚੋਂ ਦੇਖਿਆ ਸੀ, ਜਿਹੜਾ ਬਿਲਕੁਲ ਆਪਣੇ ਮੌਲਿਕ ਪੁਰਾਣੇ ਸਰੂਪ 'ਚ ਦੇਖਿਆ, ਉਹੀ ਚੁੱਲ੍ਹਾ ਚੌਂਕਾ ਜਿੱਥੇ ਬੇਬੇ ਨਾਨਕੀ ਰੋਟੀਆਂ ਪਕਾਉਂਦੀ ਸੀ, ਉਹ ਸਾਫ਼ ਤੁਸੀਂ ਦੇਖ ਸਕਦੇ ਸੀ। ਸੋ ਉੱਥੇ ਜਾ ਕੇ ਇੱਕ ਤੁਹਾਨੂੰ ਇਸ ਕਿਸਮ ਦਾ ਅਹਿਸਾਸ ਹੁੰਦਾ ਸੀ ਕਿ ਤੁਸੀਂ ਆਪਦੇ ਉਸ ਅਤੀਤ ਨਾਲ, ਆਪਦੇ ਗੁਰੂਆਂ ਨਾਲ ਜਾ ਕੇ ਜੁੜ ਜਾਂਦੇ ਸੀ। ਅਤੇ ਹੁਣ ਜਦੋਂ ਅਸੀਂ ਉੱਥੇ ਜਾਂਦੇ ਹਾਂ ਸੁਲਤਾਨਪੁਰ ਲੋਧੀ, ਤਾਂ ਉਹ ਜਿਹੜਾ ਬੇਬੇ ਨਾਨਕੀ ਦਾ ਘਰ ਸੀ, ਉਹਦਾ ਜਿਹੜਾ ਪੁਰਾਤਨ ਸਰੂਪ ਹੈ ਉਹ ਕਿਤੋਂ ਨਹੀਂ ਲੱਭਦਾ। ਉਹ ਇੱਕ ਆਲੀਸ਼ਾਨ ਇਮਾਰਤ ਬਣ ਗਈ ਹੈ। ਇਕੱਲਾ ਉਹੀ ਨਹੀਂ, ਜਿਹੜੀ ਆਪਣਾ ਸਰਹੰਦ ਦੀ ਦੀਵਾਰ ਜਿਹਨੂੰ ਅਸੀਂ ਕਹਿੰਦੇ ਹਾਂ, ਜਿੱਥੇ ਛੋਟੇ ਸਾਹਿਬਜ਼ਾਦੇ ਚਿਣੇ ਗਏ ਸੀ, ਜਦੋਂ ਮੈਂ ਉਹ ਬਚਪਨ ਦੇ ਵਿੱਚ ਦੇਖੀ ਸੀ ਤਾਂ ਉੱਥੇ ਕਿਸੇ ਨੂੰ ਪੁੱਛਣਾ ਨਹੀਂ ਸੀ ਪੈਂਦਾ ਕਿ ਦੀਵਾਰ ਕਿਹੜੀ ਹੈ। ਹੁਣ ਸੰਗਤ ਜਾਂਦੀ ਹੈ ਤਾਂ ਪਹਿਲਾਂ ਪੁੱਛਣਾ ਪੈਂਦਾ ਜੀ ਦੀਵਾਰ ਕਿੱਥੇ ਹੈ, ਕਿਉਂਕਿ ਉਹ ਇੱਕ ਵੱਡੇ ਸੰਗਮਰਮਰ ਦੇ ਢਾਂਚੇ ਦੇ ਵਿੱਚ ਉਹ ਲੁਕ ਗਈ ਹੈ, ਰੱਖੀ ਹੋਈ ਹੈ ਪੇਂਟ ਕਰਕੇ, ਪਰ ਉਹ ਜਾ ਕੇ ਲੱਭਣੀ ਪੈਂਦੀ ਹੈ। ਇਸ ਤਰ੍ਹਾਂ ਜੋ ਠੰਡਾ ਬੁਰਜ ਸੀ ਉਹ ਵੀ ਜਾ ਕੇ ਪੁੱਛਣਾ ਪੈਂਦਾ ਹੈ, ਉਹਦਾ ਵੀ ਜੋ ਪੁਰਾਤਨ ਸਰੂਪ ਸੀ ਉਹ ਬਦਲ ਦਿੱਤਾ ਗਿਆ। ਸੋ ਇੱਕ ਨਹੀਂ, ਇਹ ਅਨੇਕਾਂ ਘਟਨਾਵਾਂ ਹਨ ਜਿਹਦੇ ਵਿੱਚ ਜਿਹੜੀਆਂ ਸਾਡੀਆਂ ਪੁਰਾਣੀਆਂ ਇਮਾਰਤੀ ਜਿਹੜੀਆਂ ਵਿਰਾਸਤੀ ਇਮਾਰਤਾਂ ਜਾਂ ਨਿਸ਼ਾਨੀਆਂ, ਉਹਨਾਂ ਨੂੰ ਜਾਂ ਤਾਂ ਤਬਾਹ ਕਰਤਾ ਜਾਂ ਉਹਨਾਂ ਦੇ ਸਰੂਪ ਇੰਨੇ ਬਦਲਤੇ ਕਿ ਉਹਨਾਂ ਦੇ ਵਿੱਚ ਕੋਈ ਮੌਲਿਕਤਾ ਨਹੀਂ ਰਹੀ। ਤਾਂ ਉੱਥੇ ਜਾ ਕੇ ਜੋ ਇੱਕ ਅਹਿਸਾਸ ਜਾਗਣਾ ਚਾਹੀਦਾ ਸੀ, ਉਹ ਹੁਣ ਉਸ ਸ਼ਿੱਦਤ ਨਾਲ ਨਹੀਂ ਜਾਗਦਾ। ਸੋ ਇਹ ਜਿਹੜਾ ਮਸਲਾ ਹੈ, ਇਹਦੇ ਕਾਰਨ ਕੀ ਹੈ? ਗੁੱਸਾ ਤਾਂ ਬਹੁਤ ਹੈ ਕੌਮ ਦੇ ਵਿੱਚ। ਕਈਆਂ ਦਾ ਗੁੱਸਾ ਜ਼ਿਆਦਾ ਕਾਰ ਸੇਵਾ ਵਾਲੇ ਬਾਬਿਆਂ ਦੀ ਪ੍ਰਗਟ ਹੋ ਰਿਹਾ, ਕਈਆਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਹੋ ਰਿਹਾ, ਕਈਆਂ ਦਾ ਅਕਾਲੀ ਲੀਡਰਸ਼ਿਪ 'ਤੇ ਹੋ ਰਿਹਾ। ਸੋ ਅੱਜ ਆਪਾਂ ਦੇਖਦੇ ਹਾਂ ਕਿ ਇਹਦੇ ਕਾਰਨ ਕੀ ਪਏ ਨੇ ਅਤੇ ਅਸਲੀ ਦੋਸ਼ੀ ਕੌਣ। ਜੇ ਆਪਾਂ ਸਰਸਰੀ ਨਜ਼ਰ ਨਾਲ ਦੇਖੀਏ ਤਾਂ ਇਹ ਗੱਲ ਠੀਕ ਹੈ ਕਿ 3 ਪਾਤਰ ਇਹਦੇ ਵਿੱਚ ਬਣਦੇ ਨੇ। ਇੱਕ ਕਾਰ ਸੇਵਾ ਵਾਲੇ ਬਾਬੇ, ਦੂਜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੀ ਉਹਨਾਂ ਨੂੰ ਇਹ ਠੇਕਾ ਦਿੰਦੀ ਹੈ ਜਾਂ ਕਾਰਜ ਦਿੰਦੀ ਹੈ ਕਿ ਤੁਸੀਂ ਆਹ ਕੰਮ ਕਰੋ। ਸੋ ਬਾਬੇ ਜੋ ਕਰਦੇ ਨੇ ਉਹ ਸ਼੍ਰੋਮਣੀ ਕਮੇਟੀ ਦੀਆਂ ਹਦਾਇਤਾਂ ਜਾਂ ਆਦੇਸ਼ਾਂ ਮੁਤਾਬਕ ਹੀ ਕਰਦੇ ਨੇ। ਅਤੇ ਤੀਜਾ ਹੈਗਾ ਅਕਾਲੀ ਲੀਡਰਸ਼ਿਪ, ਕਿਉਂਕਿ ਇਹ ਹੁਣ ਸਭ ਗੱਲ ਜੱਗ ਜ਼ਾਹਰ ਹੈ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਕੋਈ ਆਪਦੇ ਆਪ 'ਚ ਸੁਤੰਤਰ ਸੰਸਥਾ ਨਹੀਂ, ਉਹ ਪੂਰੀ ਤਰ੍ਹਾਂ ਅਕਾਲੀ ਦਲ ਦੇ ਅਧੀਨ ਇੱਕ ਸੰਸਥਾ ਹੈ,
ਜਿਹਦਾ ਸਾਰਾ ਕਾਰੋਬਾਰ ਅਕਾਲੀ ਦਲ ਦੇ ਗਲਬੇ ਦੇ ਵਿੱਚ ਹੀ ਹੈ। ਜੋ ਕੁਝ ਅਕਾਲੀ ਲੀਡਰ ਚਾਹਣਗੇ, ਅਕਾਲੀ ਲੀਡਰ ਵੀ ਕੀ, ਅੱਜ ਦੇ ਸਮੇਂ 'ਚ ਤਾਂ ਤੁਸੀਂ ਅਕਾਲੀ ਲੀਡਰ ਕਹਿਣ ਦੀ ਲੋੜ ਨਹੀਂ, ਉਹ ਬਾਦਲ ਪਰਿਵਾਰ ਹੀ ਕਹੋ ਕਿ ਸਭ ਕੁਝ ਬਾਦਲ ਪਰਿਵਾਰ ਤੋਂ ਦੇ ਵੱਲੋਂ ਹੀ ਤੈਅ ਕੀਤਾ ਜਾਂਦਾ ਹੈ। ਸੋ ਇਹ ਸਾਰੇ ਕੁਝ ਚੋਂ ਇਹ ਤਿੰਨ ਪਾਤਰ ਬਣਦੇ ਨੇ ਜਿਹੜੇ ਆਪਦੀ ਜਗ੍ਹਾ ਦੇ ਉੱਤੇ ਦੋਸ਼ੀ। ਸੋ ਆਪਾਂ ਹੁਣ ਦੇਖੀਏ ਕਿ ਕੀ ਗੱਲ ਇੰਨੀ ਕੀ ਹੈ, ਜਾਂ ਇਹ ਸਿਲਸਿਲਾ ਸ਼ੁਰੂ ਕਦੋਂ ਹੋਇਆ। ਪੁਰਾਤਨ ਸਮੇਂ ਦੇ ਵਿੱਚ ਪਹਿਲਾਂ ਵੀ ਜੋ ਦਰਬਾਰ ਸਾਹਿਬ ਨੂੰ ਵੀ ਉਹਦੇ ਵਿੱਚ ਵੀ ਅਦਲਾ ਬਦਲੀਆਂ ਹੋਈਆਂ, ਉਹਦੀ ਪਰਿਕਰਮਾ ਵੀ ਚੌੜੀ ਹੋਈ, ਉਹਦੇ ਜਿਹੜੇ ਪ੍ਰਵੇਸ਼ ਦੁਆਰ ਸੀ ਜਾਣ ਵਾਲੇ ਰਸਤੇ ਉਹਨਾਂ ਵਿੱਚ ਵੀ ਕੁਝ ਤਬਦੀਲੀਆਂ ਹੋਈਆਂ ਤੇ ਕੁਝ ਲੋੜ ਮੁਤਾਬਕ, ਸਮੇਂ ਦੀ ਲੋੜ ਮੁਤਾਬਕ ਕੁਝ ਤਬਦੀਲੀਆਂ ਕਰਨੀਆਂ ਪੈਂਦੀਆਂ ਨੇ। ਇਸ ਚੀਜ਼ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਕੁਝ ਤਬਦੀਲੀਆਂ ਤੁਹਾਡੇ ਵਾਸਤੇ ਜ਼ਰੂਰੀ ਹੋ ਜਾਂਦੀਆਂ ਜਿਹੜੀਆਂ ਟਾਲੀਆਂ ਨਹੀਂ ਜਾ ਸਕਦੀਆਂ। ਪਰ ਉਹ ਕੁਝ ਕਰਦਿਆਂ ਤੁਸੀਂ ਆਪਣੇ ਵਿਰਾਸਤ ਬਾਰੇ, ਆਪਣੇ ਇਤਿਹਾਸ ਬਾਰੇ ਕਿੰਨੇ ਕੁ ਸੰਵੇਦਨਸ਼ੀਲ ਹੋ, ਕਿੰਨੇ ਕੁ ਸੁਚੇਤ ਹੋ, ਕਿੰਨੇ ਕੁ ਚੇਤੰਨ ਹੋ, ਇਹ ਗੱਲ ਬਹੁਤ ਅਹਿਮ ਹੁੰਦੀ ਹੈ ਕਿ ਉਹਨਾਂ ਕੁ ਕੰਮ ਕੀਤਾ ਜਾਵੇ ਤਾਂ ਕਿ ਉਹਦੇ ਨਾਲ ਕੋਈ ਵੱਡਾ ਨੁਕਸਾਨ ਨਾ ਹੋਵੇ। ਸੋ ਇੱਥੇ ਹੁਣ ਜੋ ਮਾਮਲਾ ਸਾਹਮਣੇ ਆਇਆ ਹੈ ਕਿ ਜਿਸ ਤਰ੍ਹਾਂ ਇਹ ਸਾਰੇ ਕਾਰ ਸੇਵਾ ਦੇ ਨਾਂ ਹੇਠ ਕਾਰੋਬਾਰ ਚੱਲ ਰਿਹਾ ਹੈ, ਉਹਦੇ ਵਿੱਚ ਕਿਤੇ ਵੀ ਇਸ ਗੱਲ ਦਾ ਕਿ ਸਾਡੀ ਜੋ ਵਿਰਾਸਤ ਆ ਉਹ ਕੀ ਹੈ ਤੇ ਉਹਨੂੰ ਅਸੀਂ ਕਿਵੇਂ ਸੰਭਾਲ ਕੇ ਰੱਖਣਾ, ਉਹਦੀ ਅਹਿਮੀਅਤ ਕੀ ਹੈ, ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਇਹਦੀ ਜਿਹੜੀ ਸਟੀਕ ਉਦਾਹਰਨ ਹੈ ਉਹ ਜਿਹੜੀ ਹੁਣ ਕਾਰ ਸੇਵਾ ਚੱਲ ਰਹੀ ਹੈ, ਜਿਹਦੇ ਉੱਤੋਂ ਇਹ ਸਾਰੀ ਚਰਚਾ ਜਿਹੜੀ ਹੈ ਜਾਂ ਵਿਵਾਦ ਛਿੜਿਆ, ਉਹ ਹੈਗੇ ਭੂਰੀ ਵਾਲੇ ਜੋ ਕਾਰ ਸੇਵਾ ਵਾਲੇ ਬਾਬੇ, ਭੂਰੀ ਵਾਲੇ ਬਾਬੇ ਕਹਿੰਦੇ ਉਹਨਾਂ ਨੂੰ। ਪਿਛਲੇ ਦਿਨੀ ਇੱਕ ਟੀਵੀ ਚੈਨਲ ਨੇ, ਖਾਲਸ ਟੀਵੀ ਚੈਨਲ ਹੈ, ਸੋ ਉਹਦੀ ਸੰਚਾਲਕ ਹੈ ਬੀਬੀ ਹਰਸ਼ਰਨ ਕੌਰ, ਉਹਨੇ ਉਸ ਬਾਬੇ ਨਾਲ ਗੱਲਬਾਤ ਕੀਤੀ। ਉਹ ਤੁਸੀਂ ਜੇ ਕਿਸੇ ਨੇ ਨਹੀਂ ਸੁਣੀ ਤਾਂ ਉਹ ਦੁਬਾਰਾ ਫੇਰ ਸੁਣੋ, ਉੱਥੋਂ ਜਾ ਕੇ ਤੁਹਾਨੂੰ ਪਤਾ ਲੱਗ ਜੂ ਕਿ ਜਿਹੜੇ ਕਾਰ ਸੇਵਾ ਵਾਲੇ ਬਾਬੇ ਨੇ ਇਹਨਾਂ ਦੀ ਸੋਚ ਦਾ ਲੈਵਲ, ਇਹਨਾਂ ਦਾ ਮਾਨਸਿਕ ਬਣਤਰ ਤੇ ਇਹਨਾਂ ਦਾ ਵਿਹਾਰ ਕਿਸ ਕਿਸਮ ਦਾ ਹੈ। ਕਿਉਂਕਿ ਜਦੋਂ ਅਸੀਂ ਬਾਬਾ ਕਹਿੰਦੇ ਆ ਤਾਂ ਬਾਬਾ ਸਿੱਖ ਪੰਥ ਦੇ ਵਿੱਚ ਇੱਕ ਬੜੀ ਸਤਿਕਾਰ ਵਾਲੀ ਪਦਵੀ ਹੈ ਤੇ ਬਾਬਾ ਕਹਿਣ ਦਾ ਮਤਲਬ ਇੱਕ ਆਟੋਮੈਟਿਕਲੀ ਸੁਤੇ ਸਿੱਧ ਉਹਦੇ ਚੋਂ ਇਹ ਬਣਦਾ ਕਿ ਉਹਦੇ ਵਿੱਚ ਕੋਈ ਨਾ ਕੋਈ ਰੂਹਾਨੀਅਤ ਦਾ ਅੰਸ਼ ਹੁੰਦਾ। ਇਸ ਤੋਂ ਬਿਨਾਂ ਬਾਬਾ ਨਹੀਂ ਬਣ ਸਕਦਾ। ਪਰ ਤੁਸੀਂ ਉਹ ਗੱਲਬਾਤ ਸੁਣੋ ਭੂਰੀ ਵਾਲੇ ਬਾਬੇ ਨਾਲ, ਤੁਹਾਨੂੰ ਕਿਤੋਂ ਵੀ ਉਸ ਚੋਂ ਨਾ ਕੋਈ ਸਿੱਖ ਦੀ ਝਲਕ ਪੈਂਦੀ ਹੈ ਕਿ ਗੁਰੂ ਦਾ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ, ਨਾ ਕੋਈ ਰੂਹਾਨੀਅਤ ਦੀ। ਦੂਜੀ ਗੱਲ, ਆਪਦੀਆਂ ਵਿਰਾਸਤਾਂ ਬਾਰੇ, ਆਪਦੇ ਇਤਿਹਾਸ ਬਾਰੇ, ਆਪਦੇ ਅਤੀਤ ਬਾਰੇ, ਆਪਦੇ ਵਿਰਸੇ ਬਾਰੇ ਏਡੀ ਅਗਿਆਨਤਾ ਤੇ ਉਜੜਤਾ, ਪਰ ਜਿਹਨੂੰ ਸੁਣ ਕੇ ਮਨ ਗੁੱਸਾ ਵੀ ਆਉਂਦਾ ਹੈ ਤੇ ਬੜੀ ਮਜੂਸੀ ਵੀ ਹੁੰਦੀ ਹੈ ਕਿ ਆਹ ਬੰਦੇ ਨੇ ਜਿਨ੍ਹਾਂ ਨੂੰ ਤੁਸੀਂ ਉਹ ਕਾਰਜ ਸੌਂਪ ਰਹੇ ਹੋ। ਸੋ ਕਾਰ ਸੇਵਾ ਕਰਾਉਣੀ ਪੈ ਸਕਦੀ ਹੈ, ਪਰ ਤੁਸੀਂ ਉਹਨਾਂ ਕਾਬਲ ਬੰਦਿਆਂ ਨੂੰ ਸੌਂਪੋ ਜਿਨ੍ਹਾਂ ਦੇ ਵਿੱਚ ਜਿਹੜੇ ਸੰਵੇਦਨਸ਼ੀਲ ਹੋਣ, ਇਹਨਾਂ ਗੱਲਾਂ ਬਾਰੇ ਜਾਗਰੂਕ ਹੋਣ। ਉਹ ਬਾਬੇ ਦੀ ਗੱਲਬਾਤ ਸੁਣੋ, ਉਹਨੂੰ ਇਹ ਹੈ ਕਿ ਪੁਰਾਣੀਆਂ ਇਮਾਰਤਾਂ ਤੋਂ ਲੈਣਾ ਕੀ ਹੈ, ਪੁਰਾਣੀ ਕਿਸੇ ਵੀ ਚੀਜ਼ ਤੋਂ ਕੀ ਲੈਣਾ। ਸੋ ਉਹ ਗੱਲਬਾਤ ਸੁਣ ਕੇ ਤਾਂ ਮਤਲਬ ਮੈਨੂੰ ਇਹ ਲੱਗਦਾ ਕਿ ਉਹਨਾਂ ਨੂੰ ਹੁਣ ਬਾਬੇ ਜਾਂ ਕਾਰ ਸੇਵਾ ਵਾਲੇ ਕਹਿਣਾ, ਇਹ ਕਾਰ ਸੇਵਾ ਵੀ ਨਹੀਂ, ਇਹ ਤਾਂ ਇੱਕ ਠੇਕੇ ਤੇ ਕੰਮ ਦਿੰਦੇ ਨੇ। ਉਹ ਠੇਕੇਦਾਰਾਂ ਨੇ ਇਹ ਕਹਿ ਲਓ ਕਿ ਚਿੱਟੇ ਝੋਗੇ ਪਾ ਲਏ ਨੇ ਤੇ ਉਹ ਆਪਦੇ ਆਪ ਨੂੰ ਕਾਰ ਸੇਵਾ ਵਾਲੇ ਕਹਾ ਰਹੇ ਹੈ। ਸੋ ਇਹ ਠੇਕੇ ਤੇ ਕੰਮ ਚੱਲ ਰਹੇ ਨੇ ਤੇ ਉਹਨਾਂ ਨੂੰ ਨਾ ਤਾਂ ਸਿੱਖ ਇਤਿਹਾਸ ਬਾਰੇ ਜਾਂ ਸਿੱਖ ਵਿਰਸੇ ਬਾਰੇ ਕੋਈ ਜਾਣਕਾਰੀ ਹੈ ਜਾਂ ਸਮਝ ਹੈ, ਤੇ ਨਾ ਹੀ ਉਹਨਾਂ ਦੇ ਅੰਦਰ ਉਸ ਕਿਸਮ ਦੀ ਕੋਈ ਸੰਵੇਦਨਸ਼ੀਲਤਾ ਹੈ। ਸੋ ਉਹ ਤਾਂ ਬੜੇ ਬੇਰਹਿਮ ਤੇ ਉਜੜਪਣੇ ਨਾਲ ਉਹ ਸਾਰਾ ਕੁਝ ਤਬਾਹ ਕਰ ਦਿੰਦੇ ਨੇ। ਸੋ ਇਸ ਕਰਕੇ ਇੱਕ ਪੱਖ ਤਾਂ ਇਹਦਾ ਇਹ ਬਣਦਾ ਹੈ। ਪਰ ਦੂਜੀ ਗੱਲ ਜਿਹੜੀ ਆਪਾਂ ਕਹੀਏ ਕਿ ਇਹ ਮਸਲਾ ਸ਼ੁਰੂ ਕਦੋਂ ਹੋਇਆ, ਮੈਂ ਪਹਿਲਾਂ ਵੀ ਕਿਹਾ ਸੀ ਕਿ ਪਹਿਲਾਂ ਵੀ ਹੁੰਦੀਆਂ ਰਹੀਆਂ ਜਿਹੜੀਆਂ ਸੇਵਾ ਚੱਲਦੀ ਰਹੀ ਹੈ ਹਮੇਸ਼ਾ ਹੀ। ਸਾਡੇ ਜਿਹੜੇ ਗੁਰਦੁਆਰੇ ਨੇ ਉਹਨਾਂ ਦੀ ਕਿਤੇ ਉਹਨਾਂ ਨੂੰ ਮਤਲਬ ਇਹ ਕਹਿ ਲਓ ਕਿ ਹੋਰ ਸੁੰਦਰ ਬਣਾਉਣਾ ਜਾਂ ਨਵੀਂ ਲੋੜ ਮੁਤਾਬਕ ਉਹਨਾਂ 'ਚ ਅਦਲਾ ਬਦਲੀਆਂ ਕਰਨੀਆਂ। ਪਰ ਪਹਿਲੇ ਸਮੇਂ ਦੇ ਵਿੱਚ ਜੋ ਸਾਰੇ ਇਹ ਕੰਮ ਹੁੰਦੇ ਸੀ ਤਾਂ ਬਹੁਤ ਸਾਰੇ ਪੱਖਾਂ ਨੂੰ ਵਿਚਾਰ ਕੇ ਬਹਿ ਕੇ
ਮੀਟਿੰਗਾਂ ਕਰਕੇ, ਬੜੇ ਮਾਹਰਾਂ ਦੀ ਰਾਇ ਲੈ ਕੇ, ਬੜੇ ਵਿਦਵਾਨਾਂ ਦੀ ਰਾਇ ਲੈ ਕੇ ਫਿਰ ਕੋਈ ਕਦਮ ਚੁੱਕਿਆ ਜਾਂਦਾ ਸੀ, ਫਿਰ ਫੈਸਲਾ ਕੀਤਾ ਜਾਂਦਾ ਸੀ। ਇਹ ਨਹੀਂ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਜਾਂ ਕਮੇਟੀ ਨੇ ਫਰਮਾਨ ਜਾਰੀ ਕਰਤੇ ਤੇ ਕਿਸੇ ਬਾਬੇ ਨੂੰ ਠੇਕਾ ਦੇਤਾ ਤੇ ਕੰਮ ਸ਼ੁਰੂ ਕਰ ਦਿਓ। ਇਸ ਤਰ੍ਹਾਂ ਨਹੀਂ ਸੀ ਚੱਲਦਾ। ਸੋ ਇਹ ਜਿਹੜੀ ਤਬਦੀਲੀ ਆਈ ਹੈ, ਇਹ ਤਬਦੀਲੀ ਕਿਹੜੀ ਚੀਜ਼ ਦੀ ਲਿਖਾਇਕ ਹੈ? ਇਹਦੇ 'ਚ ਮੇਰੇ ਮੁਤਾਬਕ ਦੋ ਪੱਖ ਹੈ ਜਿਹੜੇ ਸਾਨੂੰ ਦੋਨੋਂ ਹੀ ਅਹਿਮ ਹੈ, ਜਿਹੜੇ ਵਿਚਾਰਨੇ ਚਾਹੀਦੇ। ਇੱਕ ਤਾਂ ਇਹ ਹੈ ਕਿ ਇਹ ਵਰਤਾਰਾ ਉਦੋਂ ਚੱਲਿਆ ਜਦੋਂ ਸਿੱਖ ਰਾਜਨੀਤੀ 'ਚ ਇੱਕ ਸਿਫਤੀ ਬਦਲਾਅ ਆ ਗਿਆ। ਸੋ ਸਿੱਖ ਰਾਜਨੀਤੀ 'ਚ ਆਏ ਬਦਲਾਅ ਨਾਲੋਂ ਤੋੜ ਕੇ ਨਹੀਂ ਇਹਨੂੰ ਦੇਖਿਆ ਜਾ ਸਕਦਾ। ਦੂਜੀ ਗੱਲ ਇੰਨੀ ਅਹਿਮ ਹੀ ਇਹ ਹੈ ਕਿ ਇਹਦਾ ਇੱਕ ਪੱਖ ਸੱਭਿਆਚਾਰਕ ਜਾਂ ਸਮਾਜਿਕ ਵੀ ਬਣਦਾ ਹੈ ਕਿ ਇਕੱਲੀ ਸਿੱਖ ਰਾਜਨੀਤੀ 'ਚ ਬਦਲਾਅ ਨਹੀਂ ਆਇਆ, ਸਿੱਖਾਂ ਦੀ ਜੀਵਨ ਸ਼ੈਲੀ ਦੇ ਵਿੱਚ ਵੀ ਇੱਕ ਬਹੁਤ ਵੱਡਾ ਫਰਕ ਆਇਆ। ਸਿੱਖਾਂ ਦੀ ਜਿਹੜੀ ਜੀਵਨ ਸ਼ੈਲੀ ਹੈ, ਜੋ ਸਿੱਖ ਦਾ ਇੱਕ ਪਹਿਲਾ ਜੋ ਬਣਦਾ ਸੀ ਪ੍ਰਭਾਵ, ਜਾਂ ਜਿਸ ਤਰ੍ਹਾਂ ਸਿੱਖ ਪਹਿਲਾਂ ਜਿਉਂਦੇ ਸੀ, ਤਾਂ ਉਹਨਾਂ 'ਚ ਜਿਹੜੀ ਸਾਦਗੀ ਹੈ ਉਹ ਬਹੁਤ ਵੱਡਾ ਇੱਕ ਉਹਨਾਂ ਦਾ ਗੁਣ ਸਮਝਿਆ ਜਾਂਦਾ ਸੀ, ਸਾਦਗੀ। ਹੁਣ ਕੀ ਹੋਇਆ ਬਾਅਦ ਦੇ ਵਿੱਚ, ਜਿਹੜਾ ਮਾਡਰਨਿਟੀ ਜਿਹਨੂੰ ਅਸੀਂ ਕਹਿੰਦੇ ਆ, ਆਧੁਨਿਕਤਾ ਕਹਿੰਦੇ ਆ, ਜਾਂ ਜਿਹੜਾ ਪੱਛਮੀ ਸੱਭਿਆਚਾਰ ਹੈ, ਉਹਦੇ ਪ੍ਰਭਾਵ ਹੇਠ ਜਿਹੜੀ ਸਾਦਗੀ ਹੈ ਉਹਦੀ ਕੋਈ ਮੁੱਲ ਨਹੀਂ ਰਹਿ ਗਈ। ਉਹਨੂੰ ਬੜੀ ਘਟੀਆ ਜੀ ਚੀਜ਼ ਸਮਝਣ ਲੱਗ ਗਏ। ਆਪਦੇ ਆਪ 'ਚ ਸਾਦਗੀ ਦੀ ਕੋਈ ਕਦਰ ਹੀ ਨਹੀਂ। ਉਹਦੀ ਬਜਾਏ ਇਸ ਕਰਕੇ ਜਿੱਥੋਂ ਫਿਰ ਸਿਲਸਿਲਾ ਚੱਲਿਆ ਕਿ ਜਿਹੜੀਆਂ ਸਾਡੇ ਗੁਰਦੁਆਰਿਆਂ ਦੀਆਂ ਇਮਾਰਤਾਂ ਉਹ ਸਾਦੀਆਂ ਨਾ ਹੁਣ, ਉਹ ਆਲੀਸ਼ਾਨ ਬਣ ਗਈਆਂ। ਕੱਲਾ ਗੁਰਦੁਆਰਿਆਂ ਦੀਆਂ ਨਹੀਂ, ਸਾਡੇ ਸਭ ਕੁਝ ਚੀਜ਼ ਅਸੀਂ ਜਿਹੜੇ ਘਰ ਵੀ ਬਣਾਉਣ ਲੱਗ ਗਏ, ਉਹਨਾਂ 'ਚ ਵੀ ਇਹ ਹੈ ਵੀ ਸਾਦਗੀ ਨਹੀਂ, ਜਾਂ ਲੋੜ ਮੁਤਾਬਕ ਨਹੀਂ, ਇੱਕ ਦਿਖਾਵਾ ਤੇ ਆਲੀਸ਼ਾਨ ਹੋਵੇ, ਤਕੜੀ ਚੀਜ਼ ਹੋਵੇ, ਜਿਹਦੇ 'ਚੋਂ ਫਿਰ ਸੰਗਮਰਮਰ ਲਾਉਣ ਦਾ ਜੋ ਘਰਾਂ 'ਚ ਵੀ ਤੇ ਗੁਰਦੁਆਰਿਆਂ ਦੇ ਵਿੱਚ ਵੀ ਇਹ ਇੱਕ ਰੁਝਾਨ ਚੱਲਿਆ ਹੈ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਸਿੱਖਾਂ ਦੀ ਜੀਵਨ ਮਰਿਆਦਾ ਨਹੀਂ ਸੀ, ਉਹਨਾਂ ਦਾ ਜਿਉਣ ਦਾ ਇਸ ਤਰ੍ਹਾਂ ਢੰਗ ਨਹੀਂ ਸੀ। ਇਹ ਪੱਛਮ ਦੇ ਅਸੀਂ ਪ੍ਰਭਾਵ ਦੇ ਹੇਠ ਇਹ ਸਾਰਾ ਕੁਝ ਕੀਤਾ। ਦੂਜੀ ਗੱਲ ਜਿਹੜੀ ਰਾਜਨੀਤਿਕ ਤਬਦੀਲੀ ਆਈ ਹੈ, ਉਹਦੀ ਤੰਦ ਵੀ ਕਿਤੇ ਜਾ ਕੇ ਪੱਛਮੀ ਗਿਆਨ ਪ੍ਰਬੰਧ ਜਾਂ ਪੱਛਮੀ ਸੱਭਿਆਚਾਰ ਜਾਂ ਪੱਛਮੀ ਸੱਭਿਅਤਾ ਦੇ ਨਾਲ ਹੀ ਜੁੜਦੀ ਹੈ। ਕਿ ਪਹਿਲਾਂ ਜਿਹੜੀ ਰਾਜਨੀਤੀ ਕੀਤੀ ਜਾਂਦੀ ਸੀ, ਸਿੱਖ ਰਾਜਨੀਤੀ, ਉਹਦੇ 'ਚ ਪੰਥਕ ਹਿੱਤ ਸਰਮੌਰ ਹੁੰਦੇ ਸੀ। ਇਸ ਕਰਕੇ ਆਗੂਆਂ ਤੋਂ ਲੈ ਕੇ ਹੇਠਾਂ ਤੱਕ ਜਿਹੜੇ ਬੰਦੇ ਅਕਾਲੀ ਦਲ ਦੇ ਵਿੱਚ ਆਉਂਦੇ ਸੀ ਜਾਂ ਸਿੱਖ ਰਾਜਨੀਤੀ 'ਚ ਆਉਂਦੇ ਸੀ, ਉਹਨਾਂ ਦਾ ਜਿਹੜਾ ਪਹਿਲਾ ਜ਼ਰੂਰੀ ਉਹਨਾਂ 'ਚ ਗੁਣ ਚਾਹੀਦਾ ਸੀ, ਉਹ ਸੀ ਨਿਰਸਵਾਰਥ, ਨਿਸ਼ਕਾਮ ਤੇ ਕੁਰਬਾਨੀ ਦਾ ਜਜ਼ਬਾ। ਉਹਨਾਂ ਨੇ ਜੇਲ੍ਹਾਂ ਜਾਣਾ ਹੁੰਦਾ ਸੀ, ਕੁੱਟਾਂ ਮਾਰਾਂ ਝੱਲਣੀਆਂ ਹੁੰਦੀਆਂ ਸੀ, ਮਤਲਬ ਬੜਾ ਕੁਛ ਉਹਦੇ 'ਚ ਉਹਨਾਂ ਤੋਂ ਕੁਰਬਾਨੀ ਦਾ ਜਜ਼ਬਾ ਬਹੁਤ ਚਾਹੀਦਾ ਸੀ ਤੇ ਕੋਈ ਸਵਾਰਥ ਕੋਈ ਨਹੀਂ। ਇਹ ਨਹੀਂ ਕਿ ਉਹਨਾਂ ਨੇ ਰਾਜਨੀਤੀ 'ਚ ਆ ਕੇ ਜਾਇਦਾਦਾਂ ਬਣਾ ਲਈਆਂ। ਤੁਸੀਂ ਮੋਹਨ ਸਿੰਘ ਤੁੜ ਆਖਰੀ ਉਦਾਹਰਨ ਆ ਸਾਡੇ ਕੋਲ, ਜਿਹੜਾ ਅਕਾਲੀ ਦਲ ਦਾ ਆਖਰੀ ਪ੍ਰਧਾਨ, ਜਿਹਦਾ ਘਰ ਪਤਾ ਨਹੀਂ ਕਿੰਨੀ ਵਾਰ ਕੁਰਕ ਹੋਇਆ, ਉਹਦੇ ਕਾਰੋਬਾਰ, ਉਹਦੀ ਖੇਤੀ ਤਬਾਹ ਹੋਈ। ਕਾਰੋਬਾਰ ਤਾਂ ਅਕਾਲੀਆਂ ਦੇ ਹੁੰਦੇ ਹੀ ਨਹੀਂ ਸੀ, ਖੇਤੀ ਹੁੰਦੀ ਸੀ। ਉਹ ਸਿਰਫ ਸ਼ਹਿਰੀ ਸਿੱਖਾਂ ਦੇ ਕੁਝ ਕਾਰੋਬਾਰ ਹੁੰਦੇ ਸੀ, ਤੇ ਸ਼ਹਿਰੀ ਸਿੱਖਾਂ ਦੇ ਜਿਹੜੇ ਆਗੂ ਵੀ ਸੀ, ਉਹਨਾਂ ਦੇ ਵੀ ਵਾਰ-ਵਾਰ ਉਹ ਘਰਾਂ ਦੀਆਂ ਕੁਰਕੀਆਂ ਹੁੰਦੀਆਂ ਰਹੀਆਂ ਸੀ। ਅਖਬਾਰ ਕੁਰਕ ਹੁੰਦੇ ਸੀ, ਅਖਬਾਰਾਂ ਦੇ ਦਫ਼ਤਰ ਜ਼ਬਤ ਹੋ ਜਾਂਦੇ ਸੀ। ਇਹ ਕੋਈ ਬਹੁਤ ਪੁਰਾਣੀਆਂ ਗੱਲਾਂ ਨਹੀਂ, ਇਹ ਮੇਰੀ ਯਾਦ ਦੀਆਂ ਗੱਲਾਂ ਨੂੰ ਜਦੋਂ ਅਸੀਂ ਸਕੂਲ ਦੇ ਵਿੱਚ ਪੜ੍ਹਦੇ ਸੀਗੇ। ਸੋ ਇਹ ਸੀ ਇੱਕ ਅਕਾਲੀ ਰਾਜਨੀਤੀ ਵਿੱਚ ਆਉਣ ਦਾ ਮਤਲਬ, ਕਿ ਤੁਸੀਂ ਪੰਥ ਦੀ ਜਾਂ ਕੌਮ ਦੀ ਚੜ੍ਹਦੀ ਕਲਾ ਵਾਸਤੇ ਅਬ ਤੁਸੀਂ ਦੇਣਾ ਹੈ ਕੁਛ, ਲੈਣਾ ਕੁਛ ਨਹੀਂ। ਸੋ ਫਿਰ ਬਾਅਦ ਦੇ ਵਿੱਚ ਸਾਡੇ ਵਹਿੰਦਿਆਂ ਇਹ 70ਵਿਆਂ ਦੇ ਵਿੱਚ ਜਦੋਂ ਪੰਜਾਬੀ ਸੂਬੇ ਲਈ ਸਟਰਗਲ ਸ਼ੁਰੂ ਹੋਈ ਹੈ, 60ਵਿਆਂ ਦੇ ਸ਼ੁਰੂ 'ਚ, ਉਹ ਪੰਜਾਬੀ ਸੂਬੇ ਦੀ ਜੱਦੋ ਜਹਿਦ ਦੌਰਾਨ ਅਕਾਲੀ ਲੀਡਰਸ਼ਿਪ ਦੇ ਅੰਦਰ ਇੱਕ ਸਿਫਤੀ ਬਦਲਾਅ ਆਇਆ। ਜੇ ਉਹਨੂੰ ਵਿਅਕਤੀਆਂ ਦੇ ਰੂਪ 'ਚ ਦੇਖਣਾ ਹੋਵੇ ਤਾਂ ਮਾਸਟਰ ਤਾਰਾ ਸਿੰਘ ਨੂੰ ਪਾਸੇ ਕਰਕੇ ਸੰਤ ਫਤਿਹ ਸਿੰਘ ਦਾ ਆਉਣਾ। ਸੋ ਸੰਤ ਫਤਿਹ ਸਿੰਘ ਆਪਦੇ ਆਪ 'ਚ ਕੋਈ ਇੱਕ ਇਕੱਲਾ ਵਿਅਕਤੀ ਨਹੀਂ ਸੀ, ਉਹਦੇ ਪਿੱਛੇ ਇੱਕ ਲੌਬੀ, ਇੱਕ ਵਰਗ ਕੰਮ ਕਰਦਾ ਸੀ, ਜਿਹਨੂੰ ਅਸੀਂ ਕਹਿ ਲਈਏ ਕਿ ਪੇਂਡੂ ਧਨਾੜ ਵਰਗ। ਸੋ ਉਹ ਪੇਂਡੂ ਧਨਾੜ ਵਰਗ ਸੀ, ਜਿਹਦਾ ਮੁੱਖ ਨੁਮਾਇੰਦਾ ਪ੍ਰਕਾਸ਼ ਸਿੰਘ ਬਾਦਲ ਬਣ ਕੇ ਆਇਆ। ਹੋਰ ਵੀ ਬੜੇ ਸੀ, ਬਾਕੀਆਂ ਦੇ ਨਾਂ ਲੈਣ ਦੀ ਸਾਨੂੰ ਲੋੜ ਨਹੀਂ। ਦੂਜੀ ਗੱਲ, ਜਦੋਂ ਅਸੀਂ ਬਾਦਲ ਦੀ ਗੱਲ ਕਰਦੇ ਹਾਂ, ਬਾਦਲ ਵਿਅਕਤੀ ਨਹੀਂ, ਬਾਦਲ ਇੱਕ ਵਰਤਾਰਾ ਹੈ ਤੇ ਬਾਦਲ ਇੱਕ ਪ੍ਰਤੀਕ ਹੈ ਬਹੁਤ ਕੁਛ ਦਾ।
ਸੋ ਉਹਨੂੰ ਇਕੱਲੇ ਵਿਅਕਤੀ ਦੇ ਤੌਰ ਤੇ ਨਾ ਦੇਖੋ, ਉਹਦੇ 'ਚ ਬੜਾ ਕੁਝ ਸ਼ਾਮਲ ਹੈ। ਉਹਦੇ 'ਚ ਲੌਂਗੋਵਾਲ ਵੀ ਹੈ, ਉਹ 'ਚ ਟੌੜਾ ਵੀ ਹੈ, ਉਹਦੇ 'ਚ ਸੁਰਜੀਤ ਸਿੰਘ ਬਰਨਾਲਾ ਵੀ ਹੈ, ਉਹ 'ਚ ਬਲਵੰਤ ਸਿੰਘ ਵੀ ਹੈ, ਉਹਦੇ 'ਚ ਤਲਵੰਡੀ ਵੀ ਹੈ, ਸਭ ਕੁਝ ਆ ਉਹਦੇ ਵਿੱਚ। ਸੋ ਉਹ ਉਸ ਦੇ ਨਾਲ ਇਹ ਇੱਕ ਤਬਦੀਲੀ ਆਈ ਕਿ ਜਦੋਂ ਪੰਜਾਬੀ ਸੂਬੇ ਦੀ ਸਟਰਗਲ ਦੌਰਾਨ ਅਕਾਲੀ ਲੀਡਰਸ਼ਿਪ ਬਦਲੀ, ਨਵੀਂ ਲੀਡਰਸ਼ਿਪ ਆਈ, ਤਾਂ ਉਹ ਨਵੀਂ ਲੀਡਰਸ਼ਿਪ ਇੱਕ ਨਵੀਂ ਸੋਚ ਤੇ ਨਵੀਂ ਸੇਧ ਤੇ ਨਵੀਂ ਜੀਵਨ ਮਰਿਆਦਾ ਲੈ ਕੇ ਆਈ, ਜਿਹਦੇ ਵਿੱਚ ਫਿਰ ਇਹ ਸੀ ਕਿ ਰਾਜਨੀਤੀ ਕਾਹਦੇ ਵਾਸਤੇ? ਸਤਾ ਵਾਸਤੇ। ਸਤਾ ਵਾਸਤੇ ਹਮੇਸ਼ਾ ਹੀ ਰਹੀ ਹੈ ਰਾਜਨੀਤੀ। ਸਾਰੀ ਰਾਜਨੀਤੀ ਹੁੰਦੀ ਸਤਾ ਵਾਸਤੇ ਹੈ, ਤੇ ਪੰਥ ਦੀ ਰਾਜਨੀਤੀ ਵੀ ਸਤਾ ਵਾਸਤੇ ਹੈ। ਪਰ ਪਹਿਲਾਂ ਜਿਹੜੀ ਸਤਾ ਦਾ ਮਸਲਾ ਸੀਗਾ, ਉਹਦੇ 'ਚ ਨਿੱਜ ਨਹੀਂ ਸੀ ਕਿਸੇ ਦਾ। ਉਹ ਸੀ ਕੌਮ ਦੀ ਸਤਾ, ਕੌਮ ਦੀ ਆਜ਼ਾਦੀ, ਕੌਮ ਦੀ ਪ੍ਰਭੂ ਸਤਾ, ਜਾਂ ਜਿਹਨੂੰ ਅਸੀਂ ਪਾਤਸ਼ਾਹੀ ਕਹਿੰਦੇ ਹਾਂ, ਜਿਹਨੂੰ ਸੋਵਰੈਂਟੀ ਕਹਿੰਦੇ ਹਾਂ। ਸੋ ਉਹ ਜਦੋਂ ਉਹ ਲੜਾਈ ਦੇ ਵਿੱਚ ਉੱਥੇ ਵਿਅਕਤੀ ਦਾ ਜਿਹੜਾ ਨਿੱਜ ਹੈ, ਜਾਂ ਵਿਅਕਤੀ ਆਪਦੇ ਆਪ 'ਚ ਕੋਈ ਵੱਡੀ ਚੀਜ਼ ਨਹੀਂ ਬਣਦਾ, ਉੱਥੇ ਕੌਮ ਮੂਹਰੇ ਹੈ। ਸੋ ਜਦੋਂ ਫਿਰ ਸਤਾ ਨੂੰ ਮੰਨਣ ਦੀ ਆ ਗਈ ਗੱਲ ਕਿ ਸਤਾ ਕਾਹਦੇ ਵਾਸਤੇ? ਆਪਦੇ ਨਿੱਜ ਨੂੰ ਪ੍ਰਮੋਟ ਕਰਨ ਵਾਸਤੇ, ਆਪਦਾ ਨਾਂ, ਆਪਦੀ ਜਿਹੜੀ ਹੈਗੀ ਹੈ, ਕਹਿ ਲਓ ਕਿ ਮਸ਼ਹੂਰੀ ਬੰਦੇ ਦੀ, ਕਿ ਮੇਰਾ ਨਾਂ ਬੋਲੇ ਸਾਰੇ ਥਾਵਾਂ ਦੇ ਉੱਤੇ, ਅਹੁਦਿਆਂ ਦੀ ਭੁੱਖ, ਨਾਂ ਦੀ ਲਾਲਸਾ ਤੇ ਦੌਲਤ ਦੀ ਭੁੱਖ, ਇਹ ਸਾਰਾ ਕੁਝ ਵਿੱਚ ਸ਼ਾਮਲ ਹੋ ਗਿਆ। ਸੋ ਸਤਾ ਫਿਰ ਬਣ ਗਈ ਆਹ ਕੁਛ ਕਰਨ ਵਾਸਤੇ, ਆਪਦੇ ਨਿੱਜੀ ਸਵਾਰਥਾਂ ਨੂੰ ਮੂਹਰੇ ਰੱਖ ਕੇ। ਜਦੋਂ ਨਿੱਜੀ ਸਵਾਰਥ ਮੂਹਰੇ ਆਉਣਗੇ ਤਾਂ ਕੌਮ ਦੇ ਸਵਾਰਥ ਜਿਹੜੇ ਹੈ ਉਹ ਕੁਰਬਾਨ ਹੋਣਗੇ ਹੀ ਉਹਦੇ ਵਿੱਚ। ਸੋ ਜਿਹੜੇ ਕੌਮੀ ਸਵਾਰਥ ਹੈ, ਜਿਹੜੇ ਕੌਮੀ ਹਿੱਤ ਹੈ, ਉਹਨਾਂ ਨੂੰ ਦਾਅ ਤੇ ਲਾ ਕੇ, ਉਹਨਾਂ ਨੂੰ ਕੁਰਬਾਨ ਕਰਕੇ, ਨਿੱਜੀ ਹਿੱਤਾਂ ਨੂੰ ਮੂਹਰੇ ਰੱਖ ਕੇ ਇਹ ਇੱਕ ਨਵੀਂ ਕਿਸਮ ਦੀ ਰਾਜਨੀਤੀ ਇਹਦੇ ਵਿੱਚ ਆਈ। ਹੁਣ ਆਪਾਂ ਇਹ ਦੇਖਦੇ ਹਾਂ ਕਿ ਇਸ ਰਾਜਨੀਤੀ ਦਾ ਉਸ ਗੱਲ ਨਾਲ ਸੰਬੰਧ ਕੀ ਜੁੜਦਾ ਜਾ ਕੇ, ਜਿਹੜਾ ਆਪਾਂ ਮਸਲੇ ਤੇ ਚਰਚਾ ਕਰ ਰਹੇ ਹਾਂ। ਜਿਹੜਾ ਪਦਾਰਥਵਾਦੀ ਬੰਦਾ ਹੈ ਉਹ ਵਰਤਮਾਨ 'ਚ ਹੀ ਜਿਉਂਦਾ ਹੁੰਦਾ, ਉਹਦੀ ਸਾਰੀ ਸੁਤਾ ਵਰਤਮਾਨ ਤੇ ਹੁੰਦੀ ਹੈ, ਕਿਉਂਕਿ ਉਹਨੇ ਜ਼ਿੰਦਗੀ ਨੂੰ ਭੋਗਣਾ। ਬਸ ਵੱਧ ਤੋਂ ਵੱਧ ਸਾਧਨ, ਵੱਧ ਤੋਂ ਵੱਧ ਮਾਇਆ, ਵੱਧ ਤੋਂ ਵੱਧ ਅਹੁਦੇ, ਵੀ ਉਹਦੇ ਤੇ ਉਹਦੀ ਸਾਰੀ ਸੁਤਾ ਟਿਕੀ ਹੁੰਦੀ ਹੈ। ਉਹਨੂੰ ਨਾ ਕਿਸੇ ਅਤੀਤ ਦਾ, ਆਪਦੇ ਬੀਤੇ ਦਾ ਹੁੰਦਾ ਕੋਈ ਬਹੁਤਾ ਫਿਕਰ, ਤੇ ਨਾ ਉਹਦੇ ਕੋਲੇ ਕੋਈ ਭਵਿੱਖ ਦਾ ਸੁਪਨਾ ਹੁੰਦਾ। ਜਦੋਂ ਕੌਮ ਆਪਦੀ ਆਜ਼ਾਦੀ ਵਾਸਤੇ ਲੜਦੀ ਹੈ, ਆਪਦੇ ਕਿਸੇ ਵੱਡੇ ਮਨੋਰਥ ਵਾਸਤੇ ਲੜਦੀ ਹੈ, ਤਾਂ ਉਹਦੇ ਕੋਲੇ ਇੱਕ ਭਵਿੱਖ ਦਾ ਸੁਪਨਾ ਹੁੰਦਾ, ਤੇ ਉਹ ਭਵਿੱਖ ਦਾ ਸੁਪਨਾ ਹਾਸਲ ਕਰਨ ਵਾਸਤੇ ਉਹ ਆਪਦੇ ਬੀਤੇ ਵੱਲ ਵੀ ਜਾਂਦਾ, ਆਪਦੇ ਇਤਿਹਾਸ ਵੱਲ ਵੀ ਜਾਂਦਾ, ਆਪਦੇ ਵਿਰਸੇ ਵੱਲ ਵੀ ਜਾਂਦਾ, ਜਿੱਥੋਂ ਉਹਨੂੰ ਰੌਸ਼ਨੀ ਵੀ ਮਿਲਦੀ ਹੈ, ਪ੍ਰੇਰਨਾ ਵੀ ਮਿਲਦੀ ਹੈ, ਬਲ ਵੀ ਮਿਲਦਾ। ਇਹ ਉਹਦੀ ਲੋੜ ਬਣ ਜਾਂਦੀ ਹੈ ਕਿ ਉਹ ਆਪਦੇ ਵਿਰਸੇ ਨਾਲ, ਆਪਦੇ ਅਤੀਤ ਨਾਲ ਜਾ ਕੇ ਜੁੜੇ, ਤਾਂ ਹੀ ਉਹ ਵਰਤਮਾਨ ਦੀਆਂ ਵੰਗਾਰਾਂ ਦਾ ਮੁਕਾਬਲਾ ਕਰ ਸਕੂ, ਤਾਂ ਹੀ ਉਹ ਭਵਿੱਖ ਦਾ ਜੋ ਸੁਪਨਾ ਹੈ ਉਹ ਹਾਸਲ ਕਰਨ ਵੱਲ ਅੱਗੇ ਕੋਈ ਕਦਮ ਪੁੱਟ ਸਕੂ। ਸੋ ਇੱਥੇ ਇੱਕ ਅਹਿਮੀਅਤ ਬਣਦੀ ਹੈ ਕਿ ਜਦੋਂ ਕੌਮ ਆਪਦੇ ਕਿਸੇ ਵੱਡੇ ਸੁਪਨੇ ਨੂੰ ਸਾਕਾਰ ਕਰਨ ਵਾਸਤੇ ਲੜ ਰਹੀ ਹੁੰਦੀ ਹੈ, ਉਦੋਂ ਜਿਹੜਾ ਉਹਦਾ ਲਗਾਅ ਹੈ, ਉਹਦਾ ਪਿਆਰ ਹੈ ਆਪਦੇ ਵਿਰਸੇ ਨਾਲ, ਆਪਦੇ ਇਤਿਹਾਸ ਨਾਲ, ਤੇ ਆਪਦੀਆਂ ਸ਼ਾਨਾਂ ਮੱਤੀਆਂ ਰਵਾਇਤਾਂ ਨਾਲ, ਉਹ ਬਹੁਤ ਜਾਗਦਾ। ਜਦੋਂ ਉਹ ਜਾਗੂ ਤਾਂ ਉਹਨੂੰ ਹਰ ਨਿਸ਼ਾਨੀ ਜਿਹੜੀ ਪਿਛਲੀ ਵਿਰਾਸਤ ਨਾਲ ਜਿਹੜੀ ਉਹਨੂੰ ਜੋੜੇ, ਭਾਵੇਂ ਕੋਈ ਘਰ ਹੈ, ਭਾਵੇਂ ਕੋਈ ਦਰਖਤ ਹੈ, ਭਾਵੇਂ ਕੋਈ ਸੂਆ ਨਾਲਾ ਜਾਂ ਖੂਹ ਹੈ, ਕੁਛ ਵੀ ਹੈ, ਜਿਹੜੀ ਵੀ ਨਿਸ਼ਾਨੀ ਉਸ ਨੂੰ ਆਪਦੇ ਉਸ ਅਤੀਤ ਨਾਲ ਜੋੜਦੀ ਹੈ, ਉਹਦੇ ਵਾਸਤੇ ਉਹਦੇ ਮੁੱਲ ਬਹੁਤ ਜ਼ਿਆਦਾ। ਉਹਦੇ ਵਾਸਤੇ ਉਹ ਇੱਕ ਪਵਿੱਤਰ ਜਗ੍ਹਾ ਹੈ, ਪਵਿੱਤਰ ਚੀਜ਼ ਹੈ, ਜਿਹਦੇ 'ਚੋਂ ਉਹਨੇ ਪ੍ਰੇਰਨਾ ਲੈਣੀ ਹੈ, ਜਿਹਦੇ 'ਚੋਂ ਉਹਨੇ ਬਲ ਲੈਣਾ, ਜਿਹਦੇ 'ਚੋਂ ਉਹਨੇ ਉਤਸ਼ਾਹ ਲੈਣਾ, ਤੇ ਉਹ ਸ਼ਕਤੀ ਲੈ ਕੇ ਉਹਨੇ ਭਵਿੱਖ ਦਾ ਜਿਹੜਾ ਸੁਪਨਾ ਹੈ ਇੱਕ ਵੱਡਾ, ਉਹ ਹਾਸਲ ਕਰਨ ਵਾਸਤੇ ਲੜਨਾ ਹੈ ਤੇ ਜੂਝਣਾ ਹੈ। ਸੋ ਇਹ ਇੱਕ ਰਾਜਨੀਤੀ ਸੀ ਪਹਿਲਾਂ ਚੱਲਦੀ, ਜਿਹੜੀ ਫਿਰ 70ਵਿਆਂ ਦੇ ਵਿੱਚ ਜਦੋਂ ਪੰਜਾਬੀ ਸੂਬਾ ਬਣ ਗਿਆ, ਪੰਜਾਬ ਦੇ ਵਿੱਚ ਸਤਾ ਮਿਲਣ ਦੇ ਚਾਂਸ, ਮੌਕੇ ਪੈਦਾ ਹੋ ਗਏ, ਸਤਾ ਮਿਲ ਵੀ ਗਈ, ਪਰ ਉਦੋਂ ਹੀ ਆਹ ਇੱਕ ਫਰਕ ਪੈ ਗਿਆ ਕਿ ਫਿਰ ਜਿਹੜੀ ਰਾਜਨੀਤੀ ਹੈ, ਹੁਣ ਉਸ ਬੰਦੇ ਨੂੰ ਜਿਹਦਾ ਕੰਮ, ਜਿਹਦੀ ਸਾਰਾ ਧਿਆਨ ਹੀ ਇਸ ਗੱਲ ਤੇ ਹੈ, ਜਿਹਦਾ ਸਾਰਾ ਸੁਤਾ ਹੀ ਇਸ ਗੱਲ ਤੇ ਟਿਕੀ ਹੋਈ ਹੈ ਕਿ ਮੈਂ ਸਤਾ ਕਿਵੇਂ ਮੰਨਣੀ ਹੈ, ਤੇ ਮੈਂ ਉਹ ਵਰਤਮਾਨ 'ਚ ਹੀ ਜਿਉਂ ਰਿਹਾ ਹੁੰਦਾ। ਪਦਾਰਥਵਾਦੀ ਬੰਦਾ ਕਦੇ ਵੀ ਉਹਦੇ ਵਿੱਚ ਨਹੀਂ ਜਿਉਂਦਾ, ਉਹਨੂੰ ਬੜਾ ਅਤੀਤ ਦੀ ਲੋੜ ਨਹੀਂ। ਅਤੀਤ ਦੀ ਉਹਨੂੰ ਇੰਨੀ ਕੁ ਲੋੜ ਪੈਂਦੀ ਹੈ ਕਿ ਜਦੋਂ ਵੋਟਾਂ ਲੈਣੀਆਂ ਤਾਂ ਲੋਕਾਂ ਦਾ ਕੁਛ ਜਜ਼ਬਾ ਭੜਕਾਇਆ ਜਾਵੇ, ਕੁਛ ਨਾ ਕੋਈ ਜਜ਼ਬਾ ਵਰਤਿਆ ਜਾਵੇ। ਉਹ ਇੱਕ ਯੂਜ਼ ਕਰਨਾ, ਇੱਕ ਵਰਤਣਾ ਕਿਸੇ ਚੀਜ਼ ਨੂੰ, ਇਦੋਂ ਵੱਡੀ ਅਹਿਮੀਅਤ ਉਹਦੇ ਵਾਸਤੇ ਕੋਈ ਨਹੀਂ। ਉਹਦੇ ਦਿਲ 'ਚ ਨਹੀਂ ਕੋਈ ਥਾਂ ਹੁੰਦੀ, ਉਹਦੇ ਜ਼ਿਹਨ 'ਚ ਇੱਕ ਕੋਈ ਜਿਵੇਂ ਚੀਜ਼ ਨੂੰ ਵਰਤਣਾ, ਬਸ ਇੱਕ ਵਿਉਂਤ ਦੇ ਵਿੱਚ
ਉਹ ਉਹਦੀ ਜਗ੍ਹਾ ਹੁੰਦੀ ਹੈ, ਉਹਦੇ ਹਿਰਦੇ ਵਿੱਚ ਉਹਦੀ ਕੋਈ ਜਗ੍ਹਾ ਨਹੀਂ ਹੁੰਦੀ। ਇਸ ਕਰਕੇ ਉਹਨੂੰ ਉਹਦੇ ਨਾਲ ਕੋਈ ਪਿਆਰ ਨਹੀਂ। ਸੋ ਇਸ ਕਰਕੇ ਜਦੋਂ ਫਿਰ ਇਹ ਰਾਜਨੀਤੀ ਆਈ ਹੈ, ਜਿਹਨੂੰ ਅਸੀਂ ਕਹਿ ਲਈਏ ਬਾਦਲ ਮਾਰਕਾ ਰਾਜਨੀਤੀ, ਮੈਂ ਪਹਿਲਾਂ ਵੀ ਕਿਹਾ ਬਾਦਲ ਇਕੱਲਾ ਵਿਅਕਤੀ ਨਹੀਂ, ਉਹ ਇੱਕ ਪ੍ਰਤੀਕ ਹੈ, ਇਹਦੇ ਵਿੱਚ ਸਭ ਕੁਝ ਹੀ ਸ਼ਾਮਲ ਹੈ। ਉਦੋਂ ਫਿਰ ਇਹ ਗੱਲਾਂ ਤੁਸੀਂ ਆਪਦੇ ਇਤਿਹਾਸ ਬਾਰੇ, ਆਪਦੇ ਵਿਰਸੇ ਬਾਰੇ ਤੇ ਆਪਦੀਆਂ ਵਿਰਾਸਤੀ ਨਿਸ਼ਾਨੀਆਂ ਬਾਰੇ ਉਹ ਇੱਕ ਉਜੜਪਣਾ ਧਾਰਨ ਕਰ ਲਿਆ ਕਿ ਸਾਨੂੰ ਇਹਨਾਂ ਦੀ ਕੀ ਲੋੜ ਆ। ਵੋਟਾਂ ਵੇਲੇ ਕੁਝ ਗੱਲਾਂ ਕਰਨੀਆਂ ਤੇ ਲੋਕਾਂ ਦਾ ਜਜ਼ਬਾ ਵਾਰਨਾ, ਬਾਕੀ ਕੋਈ ਨਹੀਂ ਗੱਲ। ਇੱਕ ਜਿਹੜੀ ਮੈਂ ਦੂਜੀ ਗੱਲ ਕੀਤੀ ਸੀ ਕਿ ਹਰ ਚੀਜ਼ ਨੂੰ ਆਲੀਸ਼ਾਨ ਬਣਾਉਣਾ, ਸਾਦਗੀ ਖਤਮ ਕਰ ਦਿਓ। ਪੁਰਾਣੀਆਂ ਇੱਟਾਂ ਤੋਂ ਕੀ ਲੈਣਾ, ਪੁਰਾਣੀਆਂ ਇਮਾਰਤਾਂ ਤੋਂ ਕੀ ਲੈਣਾ, ਉਹਨੂੰ ਨਵੀਂ ਦਿੱਖ ਦਿਓ। ਇਹ ਸਾਡੇ ਸਾਰੇ ਜੀਵਨ 'ਚ ਹੀ ਆ, ਜਿਹਦਾ ਸਭ ਤੋਂ ਕਰੂਪ ਪ੍ਰਗਟਾਵਾ ਸਾਡੇ ਵਿਆਹਾਂ ਦੇ ਵਿੱਚ ਹੁੰਦਾ ਜਾ ਕਿ ਕਿਹੋ ਜਿਹੀ ਜ਼ਿੰਦਗੀ ਸਾਡੀ ਪਹਿਲਾਂ ਸੀ ਤੇ ਕਿਹੋ ਜਿਹੀ ਜ਼ਿੰਦਗੀ ਅਸੀਂ ਹੁਣ ਜਿਉਂ ਰਹੇ ਹਾਂ। ਸੋ ਇਹਨੂੰ ਇੱਕ ਵੱਡੇ ਪ੍ਰਸੰਗ ਦੇ ਵਿੱਚ ਜੋੜ ਕੇ ਦੇਖਣਾ ਚਾਹੀਦਾ ਕਿ ਸਾਡੇ ਸੱਭਿਆਚਾਰਕ ਜੋ ਤਬਦੀਲੀ ਆਈ, ਸਾਡੇ ਵਿਚਾਰਧਾਰਕ ਜੋ ਤਬਦੀਲੀ ਆਈ, ਤੇ ਸਭ ਤੋਂ ਅਹਿਮ ਰਾਜਨੀਤੀ ਵਿੱਚ ਜੋ ਤਬਦੀਲੀ ਆਈ। ਸੋ ਜਦੋਂ ਉਹ ਨਿਸ਼ਾਨਾ ਛੱਡਤਾ ਕਿ ਅਸੀਂ ਆਪਣੀ ਆਜ਼ਾਦੀ ਵਾਸਤੇ ਜੂਝਣਾ ਹੈ, ਤਾਂ ਸਿਰਫ ਸਤਾ ਨੂੰ ਇੱਕ ਸੌੜੇ ਅਰਥਾਂ 'ਚ ਤੇ ਨਿੱਜੀ ਅਰਥਾਂ 'ਚ ਲੈਣ ਲੱਗ ਗਏ, ਤਾਂ ਉਹ ਸਤਾ ਦੀ ਲੜਾਈ 'ਚ ਤੁਹਾਡੇ ਵਿਰਸੇ ਦੀ, ਤੁਹਾਡੀਆਂ ਵਿਰਾਸਤੀ ਚੀਜ਼ਾਂ ਦੀ ਕੋਈ ਕੀਮਤ ਨਹੀਂ। ਉਹ ਸਿਰਫ ਇੱਕ ਵੋਟਾਂ ਜਿੱਤਣ ਵਾਸਤੇ ਕਿਸੇ ਮੌਕੇ ਵਕਤੀ ਤੌਰ 'ਤੇ ਮੁੱਦਾ ਬਣ ਸਕਦੇ ਆ, ਜਿਵੇਂ ਹੋਰ ਚੀਜ਼ਾਂ ਬਣਦੀਆਂ, ਜਿਵੇਂ ਆਟਾ ਦਾਲ ਦੀ ਤੁਸੀਂ ਸਕੀਮ ਲਿਆਂਦੀ, ਇਸ ਤਰ੍ਹਾਂ ਕੁਝ ਚੀਜ਼ਾਂ ਉਦੋਂ ਵਾਰੀਆਂ ਜਾਂਦੀਆਂ। ਸੋ ਇਹ ਸਿਲਸਿਲਾ ਚੱਲਿਆ ਕਿ ਜਦੋਂ ਫਿਰ ਇਹ ਲੀਡਰਸ਼ਿਪ ਅੱਗੇ ਆਈ ਹੈ, ਉਦੋਂ ਆ ਕੇ ਆ ਤਬਦੀਲੀ ਵਾਪਰੀ, ਤੇ ਉਦੋਂ ਜਾ ਕੇ ਫਿਰ ਇਹ ਗੱਲ ਹੋਈ ਕਿ ਜਿਹੜੀ SGPC ਹੈ, ਉਹਦੀ ਜਿਹੜੀ ਸੁਪਰੀਮੇਸੀ ਹੈ, ਉਹਦੀ ਸਰਵਉੱਚਤਾ ਖਤਮ ਹੋ ਗਈ, ਉਹ ਅਕਾਲੀ ਦਲ ਦੇ ਅਧੀਨ ਹੋ ਗਈ। ਹੁਣ ਜੇ SGPC ਜਿਹੜੀ ਇੱਕ ਧਾਰਮਿਕ ਸੰਸਥਾ ਹੈ, ਜੇ ਉਹ ਇੱਕ ਰਾਜਨੀਤਿਕ ਸੰਸਥਾ ਦੇ ਅਧੀਨ ਹੈ, ਜਿਹਦਾ ਮਤਲਬ ਰਾਜਨੀਤੀ ਤੇ ਧਰਮ ਦਾ ਕੁੰਡਾ ਨਹੀਂ, ਧਰਮ ਤੇ ਰਾਜਨੀਤੀ ਦੀ ਪਹਿਰੇਦਾਰੀ ਜਾਂ ਸਰਦਾਰੀ। ਸੋ ਉਲਟ ਹੋ ਗਿਆ ਸਾਰਾ ਕੁਝ। ਉਹ ਉਲਟ ਹੋਣ ਨਾਲ ਆ ਕੁਝ ਵਾਪਰਿਆ। ਤੇ ਬਾਕੀ ਫਿਰ ਜਿਹੜਾ ਮੈਂ ਪਹਿਲਾਂ ਕਿਹਾ ਕਿ ਜਿਹੜੇ ਕਾਰ ਸੇਵਾ ਵਾਲੇ ਬਾਬੇ, ਕਿਸੇ ਮੌਕੇ ਠੀਕ ਹੈ ਉਹ ਸਪਿਰਿਟ ਹੁੰਦੀ ਸੀ ਕਾਰ ਸੇਵਾ ਵਾਲੇ ਬਾਬਿਆਂ 'ਚ। ਉਹ ਸਮਾਂ ਸੀ ਜਦੋਂ ਰਾਜਨੀਤਿਕ ਲੋਕਾਂ ਦੇ ਵਿੱਚ ਵੀ ਇੱਕ ਸਪਿਰਿਟ ਹੁੰਦੀ ਸੀ। ਉਹ ਸਮਾਂ ਹੋਰ ਤਰ੍ਹਾਂ ਦਾ ਸੀਗਾ। ਹੌਲੀ ਹੌਲੀ ਜਦੋਂ ਸਭ ਕੁਝ ਨਿਗਰਿਆ ਤਾਂ ਉਹਦੇ 'ਚੋਂ ਕਾਰ ਸੇਵਾ ਵਾਲਾ ਜਿਹੜਾ ਸਾਰਾ ਕਨਸੈਪਟ ਹੈ ਤੇ ਇਹਦਾ ਜਿਹੜਾ ਅਮਲ ਹੈ ਉਹ ਵੀ ਨਿਕਲ ਗਿਆ। ਸੋ ਇਹ ਜਿਹੜੀ ਗੱਲਬਾਤ ਤੁਸੀਂ ਭੂਰੀ ਵਾਲੇ ਬਾਬੇ ਦੀ ਸੁਣੋਗੇ, ਜਿੰਨਾ ਚਿਰ ਤੁਸੀਂ ਆਪ ਨਹੀਂ ਸੁਣਦੇ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਲੱਗ ਸਕਦਾ ਕਿ ਇੰਨੀ ਅਗਿਆਨਤਾ, ਇੰਨੀ ਉਜੜਤਾ, ਇੰਨਾ ਹੰਕਾਰ ਕੀ ਕਿਸੇ ਆਮ ਸਿੱਖ 'ਚ ਵੀ ਨਹੀਂ ਹੋਣਾ ਚਾਹੀਦਾ। ਤੇ ਜਿਹੜਾ ਆਪਦੇ ਆਪ ਨੂੰ ਬਾਬਾ ਕਹਿੰਦਾ, ਚਿੱਟਾ ਚੋਲਾ ਪਾਇਆ ਹੋਇਆ, ਉਹਦੇ 'ਚ ਤਾਂ ਇਹ ਬਿਲਕੁਲ ਹੀ ਸਹਿਣ ਨਹੀਂ ਹੋਣਾ ਚਾਹੀਦਾ। ਸੋ ਇਹਨੂੰ ਇਸ ਤਰ੍ਹਾਂ ਮਤਲਬ ਮੇਰੇ ਮੁਤਾਬਕ ਇਹ ਹੈ ਕਿ ਇਹਨੂੰ ਇੱਕ ਵੱਡੇ ਪ੍ਰਸੰਗ ਦੇ ਵਿੱਚ ਆਪਾਂ ਰੱਖ ਕੇ ਸਾਰਾ ਦੇਖੀਏ, ਸਮਝੀਏ ਸਾਰੇ ਤਾਣੇ ਬਾਣੇ ਨੂੰ। ਉੱਥੇ ਜਾ ਕੇ ਤੁਸੀਂ ਬਾਬਿਆਂ ਨਾਲ ਜੇ ਖੈਬੜ ਪਾਓਗੇ ਜਾਂ ਕਾਰ ਸੇਵਾ ਕਰ ਰਹੇ ਬੰਦਿਆਂ ਨਾਲ ਖੈਬੜ ਪਾਓਗੇ, ਇਹਦੇ ਨਾਲ ਇਹ ਮਸਲਾ ਹੱਲ ਨਹੀਂ ਹੋਣਾ। ਹਾਲਾਂਕਿ ਉਹ ਖੈਬੜਨਾ ਵੀ ਜ਼ਰੂਰੀ ਹੈ। ਇਹ ਦੋ ਥਾਵਾਂ ਤੇ ਸਿੱਖਾਂ ਨੇ ਇੱਕ ਨਵੀਂ ਗੱਲ ਦਿਖਾਈ ਹੈ, ਪਹਿਲਾਂ ਤਰਨਤਾਰਨ ਸਾਹਿਬ ਤੇ ਮੁੜ ਕੇ ਹੁਣ ਦਰਬਾਰ ਸਾਹਿਬ ਦੇ ਵਿੱਚ। ਜਦੋਂ ਜਾ ਕੇ ਮੌਕੇ ਤੇ ਭਾਵੇਂ 15 ਬੰਦੇ ਇਕੱਠੇ ਹੋ ਜਾਣ, ਉਹਨਾਂ ਨੇ ਜਾ ਕੇ ਹਿੰਮਤ ਕੀਤੀ ਹੈ, ਜੁਰਤ ਕੀਤੀ ਹੈ, ਦਖਲ ਦਿੱਤਾ ਹੈ ਤੇ ਕੰਮ ਨੂੰ ਰੁਕਵਾਇਆ ਜਾ ਕੇ। ਇਹ ਗਿਣਤੀ ਇਦੋਂ ਵਧਣੀ ਚਾਹੀਦੀ ਹੈ ਤੇ ਇਹ ਦਖਲ ਹੁਣ ਸੰਗਤ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ ਇੱਥੇ ਕਿਸੇ ਅਪੀਲ ਦਲੀਲ ਦਾ ਹੁਣ ਕੋਈ ਇੱਥੇ ਅਸਰ ਨਹੀਂ ਹੋਣਾ ਤੇ ਆਪਦੀ ਤਾਕਤ ਨੂੰ ਇਸ ਤਰ੍ਹਾਂ ਹੀ ਅਸਰਟ ਕਰਨਾ ਪੈਣਾ, ਇਸ ਤਰ੍ਹਾਂ ਜਾ ਕੇ ਦਿਖਾਉਣਾ ਪੈਣਾ। ਸੋ ਇਸ ਪੱਖੋਂ ਇਹ ਜੋ ਘਟਨਾ ਵਾਪਰੀ ਹੈ, ਇਹ ਸਾਡੇ ਵਾਸਤੇ ਇੱਕ ਭਵਿੱਖ ਦੀ ਸੇਧ ਵੀ ਦਿੰਦੀ ਹੈ, ਇੱਕ ਸਮਝ ਵੀ ਦਿੰਦੀ ਹੈ ਕਿ ਅਸੀਂ ਇਸ ਮਸਲੇ ਨੂੰ ਕਿਵੇਂ। ਪਰ ਇਹ ਵੀ ਇਹ ਗੱਲ ਸਹਿਣ ਨਹੀਂ ਹੋਣੀ ਚਾਹੀਦੀ। ਇਹ ਬਹੁਤ ਕੁਝ ਹੋ ਗਿਆ। ਦੂਜੀ ਇੱਕ ਹੋਰ ਗੱਲ ਕਿ ਇਹ ਜਿਹੜੀ ਹੁਣ ਗੱਲ ਜਿਹੜੀ ਉਹ ਇਮਾਰਤ ਦੀ ਗੱਲ ਆ ਰਹੀ ਹੈ, ਉਹ ਹੁਣ ਇਮਾਰਤ ਦੇ ਮਾਲਕਾਂ ਨੇ ਆ ਕੇ ਦੱਸਿਆ ਕਿ ਇਹ ਸਾਡੀ ਇਮਾਰਤ ਤਾਂ 1988 'ਚ ਢਾਤੀ ਸੀ ਉੱਪਰੋਂ। ਹੁਣ 1988 'ਚ ਕੀ ਚੱਲਿਆ, ਬਹੁਤੇ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਜਿਨ੍ਹਾਂ ਦਾ ਜਨਮ ਬਾਅਦ 'ਚ ਹੋਇਆ, ਉਹਨਾਂ ਨੂੰ ਇਹ ਪਤਾ ਨਹੀਂ ਹੋਣਾ ਕਿ ਦਰਬਾਰ ਸਾਹਿਬ ਤੇ ਇੱਕ ਹਮਲਾ ਜੂਨ 84 'ਚ ਹੋਇਆ ਸੀ, ਇੱਕ ਫਿਰ ਜਾ ਕੇ 88 ਦੇ ਵਿੱਚ ਵੀ ਹੋਇਆ ਸੀ, ਜਿੱਥੇ ਫੌਜ ਨਹੀਂ ਸੀ ਆਈ, ਪੁਲਿਸ ਤੇ CRP ਨੇ ਕੀਤਾ ਸੀ। ਪਹਿਲੇ ਦਾ ਨਾਂ ਉਹਨਾਂ ਨੇ ਆਪਰੇਸ਼ਨ ਬਲੂ ਸਟਾਰ ਰੱਖਿਆ, ਇਹਦਾ ਨਾਮ ਆਪਰੇਸ਼ਨ ਬਲੈਕ ਥੰਡਰ, ਜਿਹੜਾ KPS ਗਿੱਲ ਦੀ ਮੇਨਲੀ ਅਗਵਾਈ ਹੇਠ ਹੋਇਆ ਸੀ। ਸੋ ਉਹ ਬਲੈਕ ਥੰਡਰ ਜਿਹੜਾ ਆਪਰੇਸ਼ਨ ਹੈ, ਉਦੋਂ ਬਾਅਦ
ਉਹਨਾਂ ਨੇ ਇੱਕ ਫੈਸਲਾ ਕਰ ਲਿਆ ਕੇਂਦਰ ਸਰਕਾਰ ਨੇ ਕਿ ਜਿਹੜਾ ਦਰਬਾਰ ਸਾਹਿਬ ਦਾ ਆਲਾ ਦੁਆਲਾ ਹੈ ਉਹ ਸਾਰਾ ਖਾਲੀ ਕਰਵਾ ਲਿਆ ਜਾਵੇ, ਤਾਂ ਕਿ ਭਵਿੱਖ ਦੇ ਵਿੱਚ ਮੁੜ ਕੇ ਕਦੇ ਸਿੱਖ ਦਰਬਾਰ ਸਾਹਿਬ ਨੂੰ ਇੱਕ ਲੜਾਈ ਦੇ ਕੇਂਦਰ ਵਜੋਂ ਨਾ ਵਰਤ ਸਕਣ। ਉੱਥੇ ਫੌਜ ਜਾਂ ਪੁਲਿਸ ਜਦੋਂ ਮਰਜ਼ੀ ਚਾਹੇ ਮਿੰਟਾਂ ਦੇ ਵਿੱਚ ਪਹੁੰਚ ਸਕੇ, ਉਹਨੂੰ ਘੇਰੇ 'ਚ ਲੈ ਸਕੇ ਤੇ ਆਲੇ ਦੁਆਲਿਓਂ ਮਤਲਬ ਜੋ ਸਾਰੀਆਂ ਇਮਾਰਤਾਂ ਨੂੰ ਢਾਹ ਦਿੱਤੀਆਂ ਜਾਣ। ਤੇ ਜਿਵੇਂ ਕਰਦੀਆਂ ਸਰਕਾਰਾਂ, ਖਾਸ ਕਰਕੇ ਜਿਹੜੀ ਸਾਡੀ ਹਿੰਦੂ ਸਰਕਾਰ ਆ, ਇਹਦਾ ਇੱਕ ਖਾਸ ਖਾਸਾ ਹੈ ਕਿ ਇਹਦੇ 'ਚ ਕਪਟ ਬਹੁਤ ਹੈ। ਇਹ ਜਦੋਂ ਨਾਂ ਦਿੰਦੇ ਨਾ ਨੂੰ, ਮਤਲਬ ਇਹ ਕਹਿਣ ਦੀ ਬਜਾਏ ਵੀ ਅਸੀਂ ਤੁਹਾਡੀ ਜਿਹੜੀ ਵਿਰਾਸਤ ਤਬਾਹ ਕਰਨੀ ਹੈ, ਉਹਨੂੰ ਨਾਂ ਦਿੱਤਾ ਸੁੰਦਰੀਕਰਨ, ਬਿਊਟੀਫਿਕੇਸ਼ਨ ਆਫ ਦਰਬਾਰ ਸਾਹਿਬ, ਵੀ ਤੁਹਾਡਾ ਤਾਂ ਬਹੁਤ ਵੱਡਾ ਕੋਈ ਪਰਉਪਕਾਰ ਕਰ ਰਿਹਾ ਤੁਹਾਡੇ ਤੇ, ਇਹਨੂੰ ਸੁੰਦਰ ਬਣਾ ਰਹੇ। ਹੁਣ ਸਿੱਖਾਂ ਨੇ ਸੁੰਦਰ ਬਣਾਉਣਾ ਕਿ ਨਹੀਂ ਬਣਾਉਣਾ, ਇਹ ਫੈਸਲਾ ਸਿੱਖ ਕਰਨ। ਇਹ ਕੌਣ ਹੁੰਦਾ? ਕੇਂਦਰ 'ਚ ਬੈਠੇ ਬੰਦਿਆਂ ਨੇ। ਸੋ ਉਸ ਮੌਕੇ ਉਹਨਾਂ ਨੇ ਆਲੇ ਦੁਆਲੇ ਦੀਆਂ ਸਾਰੀਆਂ ਇਮਾਰਤਾਂ ਬੇਰਹਿਮੀ ਨਾਲ ਢਾਈਆਂ। ਤੇ ਇਹ ਜਿਹੜੀ ਹੁਣ ਇਮਾਰਤ ਦੀ ਗੱਲ, ਜਿਹਨੂੰ ਗਿਆਨੀਆਂ ਦਾ ਬੁੰਗਾ ਕਹਿ ਲਓ ਜਾਂ ਘਰ ਕਹਿ ਲਓ ਕਿਹਾ ਜਾ ਰਿਹਾ ਹੈ, ਉਹਦੇ 'ਚ ਹੈ ਕਿ 2 ਮੰਜ਼ਿਲਾਂ ਇਹਦੇ ਉੱਪਰ ਸੀਗੀਆਂ, ਜਿਹੜੀਆਂ 88 ਦੇ ਵਿੱਚ ਉਹਨਾਂ ਨੇ ਢਾਹਤੀਆਂ। ਤੇ ਉਹ ਕੱਲੀਆਂ ਉਹ 2 ਮੰਜ਼ਿਲਾਂ ਨਹੀਂ, ਪਤਾ ਨਹੀਂ ਕਿੰਨਾ ਕੁਛ ਇਹਨਾਂ 88 ਦੇ ਵਿੱਚ ਉਹ ਢਾਇਆ। ਤੇ ਉਹ ਉਸ ਮੌਕੇ ਦੀ ਵਰਤੋਂ ਕੀਤੀ ਹੈ, ਜਿਵੇਂ ਇੱਕ ਸਿਧਾਂਤ ਚੱਲਦਾ ਨਾ ਕਿ ਆਪਣਾ ਸ਼ੌਕ ਡਾਕਟਰਿਨ, ਸਦਮੇ ਦਾ ਸਿਧਾਂਤ ਜਿਹਨੂੰ ਕਹਿੰਦੇ ਨੇ, ਕਿ ਤੁਸੀਂ ਕਿਸੇ ਕਮਿਊਨਿਟੀ ਤੇ ਜਦੋਂ ਕੋਈ ਇਹੋ ਜਿਹੀ ਗੱਲ ਲਾਗੂ ਕਰਨੀ ਹੈ ਜਿਹੜੀ ਉਹਨੂੰ ਮਨਜ਼ੂਰ ਨਾ ਹੋਵੇ, ਉਹ ਉਦੋਂ ਕਰੋ ਜਦੋਂ ਉਹ ਕਿਸੇ ਗਹਿਰੇ ਸਦਮੇ 'ਚੋਂ ਨਿਕਲ ਰਹੀ ਹੋਵੇ, ਕਿਉਂਕਿ ਆਮ ਹਾਲਤ 'ਚ ਉਹਨੇ ਕਬੂਲ ਨਹੀਂ ਕਰਨੀ। ਸਦਮੇ 'ਚ ਆਪਾਂ ਦੇਖਿਆ ਵਿਅਕਤੀ ਵੀ ਕਮਜ਼ੋਰ ਪੈ ਜਾਂਦਾ, ਉਦੋਂ ਤੋਂ ਲੜਿਆ ਨਹੀਂ ਜਾਂਦਾ, ਉਦੋਂ ਤੋਂ ਵਿਰੋਧ ਨਹੀਂ ਹੁੰਦਾ, ਉਦੋਂ ਨਿਰਬਲ ਹੋ ਜਾਂਦਾ। ਸੋ ਜਿਹੜਾ ਬਲੈਕ ਥੰਡਰ ਸੀਗਾ, ਉਹ ਇੱਕ ਇਹੋ ਜਿਹੀ ਘਟਨਾ ਸੀ ਜਿੱਥੇ ਜਿਹੜਾ ਜੂਨ 84 ਵਾਲਾ ਹਮਲਾ ਸੀ, ਉਹਨੇ ਕੌਮ 'ਚ ਗੁੱਸਾ ਤੇ ਰੋਹ ਪੈਦਾ ਕੀਤਾ ਸੀ। ਜਿਹੜਾ ਇਹ ਬਲੈਕ ਥੰਡਰ ਜਿਹਨੂੰ ਕਹਿੰਦੇ ਆ, ਜਿਹੜੇ ਖਾੜਕੂ ਇੱਥੇ ਬੈਠੇ, ਉਹਨਾਂ ਦਾ ਸਭ ਕੁਛ ਪਹਿਲੇ ਜਿਹੜੇ ਜੁਝਾਰੀਆਂ ਨਾਲੋਂ ਵੱਖਰਾ ਸੀਗਾ। ਮਤਲਬ ਆਪਾਂ ਇਹ ਤੇ ਬਹੁਤੀ ਇਸ ਵਿਸਥਾਰ 'ਚ ਨਾ ਜਾਈਏ। ਇਹ ਜਿਹੜਾ ਬਲੈਕ ਥੰਡਰ ਸੀ, ਇਸ ਨੇ ਕੌਮ ਦੇ ਵਿੱਚ ਇੱਕ ਨਮੋਸ਼ੀ ਤੇ ਮਜੂਸੀ ਦਾ ਮਾਹੌਲ ਲਿਆਂਦਾ, ਜਿਹਦੇ ਕਰਕੇ ਹਾਲਾਂਕਿ ਉਦੋਂ ਖਾੜਕੂ ਲਹਿਰ ਚੱਲ ਰਹੀ ਸੀ, ਪਰ ਉਹ ਵੀ ਇਸ 'ਚ ਦਖਲ ਨਾ ਦੇ ਸਕੀ, ਜਿਹਨੂੰ ਗਲਿਆਰਾ ਯੋਜਨਾ ਕਹਿੰਦੇ, ਸੁੰਦਰੀਕਰਨ ਦੀ ਯੋਜਨਾ, ਕਿ ਆਲੇ ਦੁਆਲੇ ਗਲਿਆਰਾ ਬਣਾਇਆ ਜਾਵੇ। ਇਹ ਵਿਰੋਧ ਉਦੋਂ ਹੀ ਹੋਣਾ ਚਾਹੀਦਾ ਸੀ। ਨਾ ਇਹ ਅਕਾਲੀ ਦਲ ਨੇ ਕੀਤਾ, ਨਾ ਇਹ SGPC ਨੇ ਕੀਤਾ, ਨਾ ਹੀ ਕਿਸੇ ਜਥੇਦਾਰ ਨੇ ਕੀਤਾ, ਤੇ ਬਹੁਤ ਹੀ ਉਂਗਲਾਂ ਤੇ ਗਿਣਨ ਜੋਗੇ ਵਿਦਵਾਨਾਂ ਨੇ ਕੀਤਾ। ਸੋ ਇਹ ਵਿਰੋਧ ਜੇ ਉਦੋਂ ਹੋਇਆ ਹੁੰਦਾ ਤਾਂ ਅੱਜ ਵਾਲਾ ਮਸਲਾ ਖੜਾ ਨਹੀਂ ਸੀ ਹੋਣਾ। ਸੋ ਇਸ ਕਰਕੇ ਹੁਣ ਸਾਨੂੰ ਇਹ ਸੋਚਣਾ ਚਾਹੀਦਾ, ਇੱਕ ਤਾਂ ਇਹਨੂੰ ਜਿਹੜੀ ਮੈਂ ਉਸ ਗੱਲ ਤੇ ਫਿਰ ਜ਼ੋਰ ਦਿੰਦਾ ਕਿ ਇਹਨੂੰ ਰਾਜਨੀਤੀ ਨਾਲ ਜੋੜ ਕੇ ਦੇਖੋ। ਜਿੰਨਾ ਚਿਰ ਸਾਡੀ ਜਿਹੜੀ ਰਾਜਨੀਤੀ ਦਾ ਨਿਸ਼ਾਨਾ ਹੈ ਉਹ ਆਪਦੀ ਪਾਤਸ਼ਾਹੀ ਦਾਵਾ ਕਿ ਅਸੀਂ ਸੋਵਰਨ ਰੂਲ ਆਪਦਾ ਇੱਥੇ ਸਥਾਪਿਤ ਕਰਨਾ ਹੈ, ਜਦੋਂ ਉਹ ਹੋ ਤਾਂ ਫਿਰ ਇਹੀਆਂ ਗੱਲਾਂ ਨਹੀਂ ਵਾਪਰਨਗੀਆਂ। ਉਦੋਂ ਫਿਰ ਸਾਡਾ ਇੱਕ ਪਿਆਰ ਜਾਗੂਗਾ ਸਾਡੇ ਆਪਦੇ ਵਿਰਸੇ ਦੇ ਨਾਲ। ਉਦੋਂ ਫਿਰ ਕਿਸੇ ਦੀ ਜ਼ਰੂਰਤ ਨਹੀਂ ਕਿ ਉਹ ਸਾਡੇ ਵਿਰਸੇ ਨਾਲ ਇਸ ਤਰ੍ਹਾਂ, ਭਾਵੇਂ ਉਹ ਕੇਂਦਰ ਸਰਕਾਰ ਹੈ, ਭਾਵੇਂ ਉਹ ਚਿੱਟੇ ਚੋਗਿਆਂ ਵਾਲੇ ਬਾਬੇ ਨੇ, ਉਹਨਾਂ ਕਿਸੇ ਦੀ ਕੋਈ ਮਜਾਲ ਨਹੀਂ, ਜ਼ਰੂਰਤ ਨਹੀਂ ਪੈ ਸਕਦੀ। ਸੋ ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ